ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ। ਤਾਂ ਫਰੈਂਡਸ, ਅੱਜ ਅਸੀਂ ਕਰਨ ਵਾਲੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਟਰਮ 2 ਮੋਡਲ ਟੈਸਟ ਪੇਪਰ ਸੈਸ਼ਨ 2021-2022। ਤਾਂ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ 6ਵੀਂ ਜਮਾਤ ਦਾ ਸਮਾਜਿਕ ਵਿਗਿਆਨ ਦਾ ਮੋਡਲ ਟੈਸਟ ਪੇਪਰ ਕਰਨ ਵਾਲੇ ਹਾਂ। ਤਾਂ ਅੱਜ ਅਸੀਂ ਤੁਹਾਨੂੰ ਇਸ ਨੂੰ ਹੱਲ ਵੀ ਕਰਕੇ ਦਿਖਾਵਾਂਗੇ। ਤਾਂ ਫਰੈਂਡਸ, ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾਉਣਾ ਨਾ ਭੁੱਲਿਓ। ਇਸ ਨਾਲ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੂਗੀ। ਤਾਂ ਚਲੋ ਅਸੀਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਮਾਂ 2 ਘੰਟੇ, ਕੁੱਲ ਅੰਕ 40। ਸੈਕਸ਼ਨ A, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ। ਹਰ ਇੱਕ ਪ੍ਰਸ਼ਨ 1 ਅੰਕ ਦਾ ਹੈ। ਤਾਂ ਨੀਚੇ ਤੁਹਾਨੂੰ 3 ਪ੍ਰਸ਼ਨ ਦਿੱਤੇ ਗਏ ਹਨ। ਥਲ ਮੰਡਲ ਕਿਸ ਨੂੰ ਆਖਦੇ ਹਨ? ਦੂਸਰਾ ਪ੍ਰਸ਼ਨ ਹੈ, ਪਹਿਲਾ ਮਹਾਨ ਚੋਲ ਸ਼ਾਸਕ ਕੌਣ ਸੀ? ਤੀਸਰਾ ਪ੍ਰਸ਼ਨ, ਸ਼ਹਿਰੀ ਸਥਾਨਕ ਸਰਕਾਰ ਦੀ ਮੁੱਢਲੀ ਸੰਸਥਾ ਦਾ ਕੀ ਨਾਮ ਹੈ? ਤਾਂ ਇਹਨਾਂ ਦੇ ਉੱਤਰ ਤੁਹਾਨੂੰ ਨੀਚੇ ਦਿੱਤੇ ਜਾਣਗੇ। ਪਹਿਲਾਂ ਆਪਾਂ ਪ੍ਰਸ਼ਨ ਪੜ੍ਹ ਲੈਂਦੇ ਹਾਂ, ਫਿਰ ਤੁਹਾਨੂੰ ਉੱਤਰ ਵੀ ਦੱਸਾਂਗੇ। ਸੈਕਸ਼ਨ B, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 25 ਤੋਂ 30 ਸ਼ਬਦਾਂ ਵਿੱਚ ਦਿਓ। ਹਰ ਇੱਕ ਪ੍ਰਸ਼ਨ 2 ਅੰਕਾਂ ਦਾ ਹੈ। ਨਕਸ਼ੇ ਅਤੇ ਗਲੋਬ ਵਿੱਚ ਅੰਤਰ ਦੱਸੋ। ਧਰਤੀ ਦੇ ਕਿੰਨੇ ਮਹਾਦੀਪ ਹਨ ਅਤੇ ਇਹਨਾਂ ਦੇ ਨਾਮ ਲਿਖੋ। ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ? ਪਰਬਤੀ ਲੜੀ ਕਿਸ ਨੂੰ ਆਖਦੇ ਹਨ? ਕਨਿਸ਼ਕ ਤੇ ਇੱਕ ਨੋਟ ਲਿਖੋ। ਚੰਦਰਗੁਪਤ ਵਿਕਰਮਾਦਿੱਤਿਆ ਬਾਰੇ ਤੁਸੀਂ ਕੀ ਜਾਣਦੇ ਹੋ? ਗੁਪਤ ਕਾਲ ਦੇ ਆਰਥਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ? ਦੱਖਣੀ ਭਾਰਤ ਦੇ ਚਾਲੂਕਆਂ ਬਾਰੇ ਤੁਸੀਂ ਕੀ ਜਾਣਦੇ ਹੋ? ਪੱਲਵਾਂ ਦੀ ਕਲਾ ਅਤੇ ਭਵਨ ਨਿਰਮਾਣ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ? ਨਿੱਜੀ ਅਤੇ ਸਰਵਜਨਕ ਸੰਮਤੀ ਵਿੱਚ ਮੁੱਖ ਅੰਤਰ ਦੱਸੋ। 10ਵਾਂ ਪ੍ਰਸ਼ਨ ਹੈ, ਤੁਸੀਂ ਇਤਿਹਾਸਕ ਸਮਾਰਕਾਂ ਦੀ ਸੁਰੱਖਿਆ ਲਈ ਕੀ ਮਦਦ ਕਰ ਸਕਦੇ ਹੋ? ਤਾਂ ਇਹ ਤੁਹਾਡੇ ਪ੍ਰਸ਼ਨ 10 ਨੰਬਰ ਦੇ 10 ਪ੍ਰਸ਼ਨ ਨੇ ਤੇ 2-2 ਨੰਬਰਾਂ ਦੇ ਇਹ ਪ੍ਰਸ਼ਨ ਹੈ ਤੇ ਕੁੱਲ ਮਿਲਾ ਕੇ 20 ਅੰਕਾਂ ਦਾ ਬਣ ਜਾਂਦਾ ਹੈ। ਉਸ ਤੋਂ ਬਾਅਦ ਸੈਕਸ਼ਨ C, ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ 3 ਪ੍ਰਸ਼ਨਾਂ ਦੇ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ। ਹਰ ਇੱਕ ਪ੍ਰਸ਼ਨ ਦੇ 3 ਅੰਕ ਹਨ। ਤਾਂ 3 ਅੰਕਾਂ ਵਾਲੇ ਪ੍ਰਸ਼ਨ ਨੇ। ਇਹਨਾਂ ਵਿੱਚੋਂ ਤੁਸੀਂ 5 ਦਿੱਤੇ ਜਾਣਗੇ, ਤੁਸੀਂ 3 ਕਰ ਲੈਣੇ ਨੇ। ਪ੍ਰਮਾਣਿਕ ਚਿੰਨ੍ਹਾਂ ਬਾਰੇ ਤੁਸੀਂ ਕੀ ਜਾਣਦੇ ਹੋ? ਦੱਸੋ। ਨਕਸ਼ੇ ਨੂੰ ਪੜ੍ਹਨ ਲਈ ਪੈਮਾਨਾ ਸਾਡੀ ਕੀ ਮਦਦ ਕਰਦਾ ਹੈ? ਹਰਸ਼ਵਰਧਨ ਬਾਰੇ ਇੱਕ ਨੋਟ ਲਿਖੋ। ਹਿਊਨ-ਸਾਂਗ ਬਾਰੇ ਤੁਸੀਂ ਕੀ ਜਾਣਦੇ ਹੋ? ਸ਼ਹਿਰੀ ਸਥਾਨਕ ਸਰਕਾਰ ਪ੍ਰਤੀ ਤੁਹਾਡੇ ਕੀ ਫਰਜ਼ ਹਨ? ਉਸ ਤੋਂ ਬਾਅਦ ਸੈਕਸ਼ਨ D, ਫਿਰ ਉੱਤੇ ਤੁਹਾਨੂੰ ਇੱਕ ਪੈਰਾ ਦਿੱਤਾ ਗਿਆ ਹੋਵੇਗਾ। ਉਸ ਤੋਂ ਬਾਅਦ ਤੁਹਾਨੂੰ ਪ੍ਰਸ਼ਨ ਦਿੱਤੇ ਗਏ ਹਨ ਅਤੇ ਉਹਨਾਂ ਦੇ ਉੱਤਰ ਤੁਸੀਂ ਪੈਰੇ ਵਿੱਚੋਂ ਦੇਖ ਕੇ ਕਰਨੇ ਨੇ। ਤਾਂ ਪਹਿਲਾ ਪ੍ਰਸ਼ਨ ਹੈ, ਆਪਾਂ ਇਸ ਵਿੱਚ ਹੀ ਕਰ ਲੈਂਦੇ ਹਾਂ। ਭਾਰਤੀ ਵਪਾਰੀ ਕਿਹੜੇ ਮਾਰਗ ਰਾਹੀਂ ਵਪਾਰ ਕਰਨ ਲੱਗ ਪਏ? ਭਾਰਤੀ ਵਪਾਰੀ ਸਿਲਕ ਮਾਰਗ ਰਾਹੀਂ ਵਪਾਰ ਕਰਨ ਦੇ ਯੋਗ ਹੋ ਗਏ। ਤਾਂ ਇੱਥੇ ਆ ਜਾਊਗਾ, ਭਾਰਤੀ ਵਪਾਰੀ ਸਿਲਕ ਮਾਰਗ ਰਾਹੀਂ ਵਪਾਰ ਕਰਨ ਲੱਗ ਪਏ। ਅਗਲਾ ਪ੍ਰਸ਼ਨ ਹੈ, ਸਿਕੰਦਰ ਦੇ ਹਮਲੇ ਤੋਂ ਬਾਅਦ ਬੁੱਧ ਧਰਮ ਕਿਹੜੇ-ਕਿਹੜੇ ਦੇਸ਼ਾਂ 'ਚ ਫੈਲਿਆ? ਬੁੱਧ ਧਰਮ ਪੱਛਮ ਏਸ਼ੀਆ, ਮਿਸਰ ਅਤੇ ਯੂਰਪ ਵਿੱਚ ਫੈਲ ਗਿਆ। ਮਿਸਰ ਦੇਸ਼ ਵਿੱਚ ਭਾਰਤ ਦੀਆਂ ਕਿਹੜੀ ਚੀਜ਼ਾਂ ਦੀ ਬਹੁਤ ਮੰਗ ਕੀਤੀ ਜਾਂਦੀ ਸੀ? ਭਾਰਤ ਤੋਂ ਕੀਮਤੀ ਹੀਰੇ, ਮਸਾਲੇ, ਗਊਆਂ ਅਤੇ ਸ਼ਿਕਾਰੀ ਕੁੱਤਿਆਂ ਦੀ ਮਿਸਰ ਵਿੱਚ ਬਹੁਤ ਮੰਗ ਕੀਤੀ ਜਾਂਦੀ ਸੀ। ਤਾਂ ਇਹਨਾਂ ਦੇ ਉੱਤਰ ਆਪਾਂ ਦੇਖ ਲਏ ਨੇ। ਸੈਕਸ਼ਨ E ਵਿੱਚ ਤੁਹਾਨੂੰ ਇੱਕ ਨਕਸ਼ਾ ਭਰਨ ਦਿੱਤਾ ਜਾਵੇਗਾ। ਭਾਰਤ ਦੇ ਨਕਸ਼ੇ ਵਿੱਚ ਕੋਈ 5 ਸਥਾਨ ਭਰੋ। ਤਾਂ ਇਹਨਾਂ ਵਿੱਚੋਂ ਤੁਸੀਂ 8 ਤੁਹਾਨੂੰ ਦਿੱਤੇ ਜਾਣਗੇ ਸਥਾਨ, ਉਹਨਾਂ ਵਿੱਚੋਂ ਤੁਸੀਂ 5 ਭਰ ਲੈਣੇ ਨੇ ਜੋ ਵੀ ਤੁਹਾਨੂੰ ਪਤਾ ਨੇ। ਹੁਣ ਆਪਾਂ ਨੇ ਪੂਰਾ ਪੇਪਰ ਦੇਖ ਲਿਆ ਹੈ। ਹੁਣ ਆਪਾਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਦੇ ਹਾਂ। ਤਾਂ ਪਹਿਲੇ ਪ੍ਰਸ਼ਨ ਦਾ ਉੱਤਰ ਹੈ, ਥਲ ਮੰਡਲ ਤੋਂ ਮਤਲਬ ਸਖਤ ਪੱਥਰ ਤੋਂ ਬਣੀ ਧਰਤੀ ਦੀ ਸਖਤ ਸਤਹ ਹੈ। ਦੂਸਰੇ ਪ੍ਰਸ਼ਨ ਦਾ ਉੱਤਰ ਹੈ, ਪ੍ਰਸਿੱਧ ਚੋਲ ਰਾਜਾ ਕਾਰਿਕਲ। ਤੀਸਰੇ ਪ੍ਰਸ਼ਨ ਦਾ ਉੱਤਰ ਹੈ, ਪੰਚਾਇਤ। ਚੌਥੇ ਪ੍ਰਸ਼ਨ ਦਾ ਉੱਤਰ ਹੈ, ਨਕਸ਼ਾ ਗਲੋਬ ਵਿੱਚ ਅੰਤਰ ਦੱਸਣ ਨੂੰ ਕਿਹਾ ਗਿਆ ਸੀ। ਨੰਬਰ 1, ਧਰਤੀ ਦੇ ਧਰਾਤਲ ਜਾਂ ਉਸਦੇ ਕਿਸੇ ਭਾਗ ਦਾ ਪੱਧਰੀ ਸਤਹ ਤੇ ਪ੍ਰਦਰਸ਼ਨ ਕਰਨਾ ਨਕਸ਼ਾ ਅਖਵਾਉਂਦਾ ਹੈ। ਨੰਬਰ 1, ਗਲੋਬ। ਧਰਤੀ ਦੇ ਛੋਟੇ ਪ੍ਰਤੀਰੂਪ ਨੂੰ ਗਲੋਬ ਕਹਿੰਦੇ ਹਨ। ਨੰਬਰ 2,
ਨੰਬਰ 2, ਨਕਸ਼ੇ ਅਤੇ ਮਹਾਸਾਗਰਾਂ ਅਤੇ ਮਹਾਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਸਹੀ ਨਹੀਂ ਦਿਖਾਏ ਜਾ ਸਕਦੇ। ਗਲੋਬ ਦੇ ਮਹਾਸਾਗਰ ਦੀ ਮਹਾਦੀਪਾਂ ਦੀ ਆਕ੍ਰਿਤੀ ਅਤੇ ਆਕਾਰ ਬਿਲਕੁਲ ਸਹੀ ਦਿਖਾਏ ਜਾ ਸਕਦੇ ਹਨ। ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਵਿੱਚ ਪ੍ਰਤੀਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਤਾਂ ਅਗਲੇ ਪ੍ਰਸ਼ਨ ਦਾ ਉੱਤਰ ਹੈ, ਸੰਸਾਰ ਵਿੱਚ 7 ਮਹਾਦੀਪ ਹਨ। ਏਸ਼ੀਆ, ਅਫਰੀਕਾ, ਉੱਤਰੀ ਅਫਰੀਕਾ, ਦੱਖਣੀ ਅਫਰੀਕਾ, ਅੰਟਾਰਕਟਿਕਾ, ਯੂਰਪ ਅਤੇ ਆਸਟ੍ਰੇਲੀਆ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਇੱਕ ਪਹਾੜੀ ਸ਼੍ਰੇਣੀ ਜਾਂ ਪਹਾੜੀ ਸ਼੍ਰੇਣੀ ਪਹਾੜਾਂ ਜਾਂ ਪਹਾੜੀਆਂ ਦੀ ਇੱਕ ਲੜੀ ਹੁੰਦੀ ਹੈ ਜੋ ਇੱਕ ਲਾਈਨ ਵਿੱਚ ਲੜੀ ਹੁੰਦੀ ਹੈ ਅਤੇ ਉੱਚੀ ਜ਼ਮੀਨ ਨਾਲ ਜੁੜੀ ਹੁੰਦੀ ਹੈ। ਇੱਕ ਪਹਾੜੀ ਪ੍ਰਣਾਲੀ ਜਾਂ ਪਹਾੜੀ ਪੱਟੀ ਪਹਾੜੀ ਸ਼੍ਰੇਣੀਆਂ ਦਾ ਇੱਕ ਸਮੂਹ ਹੈ ਜਿਸ ਦਾ ਰੂਪ ਬਣਤਰ ਅਤੇ ਅਨੁਕੂਲਤਾ ਵਿੱਚ ਸਮਾਨਤਾ ਹੈ ਜੋ ਇੱਕੋ ਕਾਰਨ ਤੋਂ ਪੈਦਾ ਹੋਏ ਹਨ, ਆਮ ਤੌਰ 'ਤੇ ਇੱਕ ਉਰੋਜਨੀ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਕਨਿਸ਼ਕ ਕੁਸ਼ਾਣ ਸਾਮਰਾਜ ਦਾ ਸਭ ਤੋਂ ਪ੍ਰਸਿੱਧ ਅਤੇ ਮਹਾਨ ਸ਼ਾਸਕ ਸੀ। ਉਹ ਕਥਵੀਸ ਤੋਂ ਬਾਅਦ ਕੁਸ਼ਾਣ ਸਾਮਰਾਜ ਦਾ ਤੀਜਾ ਰਾਜਾ ਬਣਿਆ। ਉੱਤਰਾਧਿਕਾਰ ਅਤੇ ਸਿੰਘਾਸਨ ਦੇ ਦੌਰਾਨ ਕਥਵੀਸਸ ਨੇ ਆਖਰੀ ਸਾਹ ਲਿਆ ਅਤੇ ਉਸ ਤੋਂ ਬਾਅਦ ਕਨਿਸ਼ਕ ਕੁਸ਼ਾਣ ਸਾਮਰਾਜ ਦਾ ਅਗਲਾ ਉੱਤਰਾਧਿਕਾਰੀ ਬਣਿਆ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਚੰਦਰਗੁਪਤ ਜਿਸ ਨੂੰ ਵਿਕਰਮਾਦਿੱਤਿਆ ਵੀ ਕਿਹਾ ਜਾਂਦਾ ਹੈ, ਉੱਤਰੀ ਭਾਰਤ ਦਾ ਸ਼ਕਤੀਸ਼ਾਲੀ ਸਮਰਾਟ 380 ਤੋਂ 415 ਤੱਕ ਰਾਜ ਕੀਤਾ ਸੀ। ਉਹ ਸਮੁੰਦਰਗੁਪਤ ਦਾ ਪੁੱਤਰ ਅਤੇ ਚੰਦਰਗੁਪਤ ਪਹਿਲੇ ਦਾ ਪੋਤਾ ਸੀ। ਉਸ ਤੋਂ ਬਾਅਦ ਅਗਲੇ ਪ੍ਰਸ਼ਨ ਦਾ ਉੱਤਰ ਹੈ, ਗੁਪਤ ਕਾਲ ਆਰਥਿਕ ਜੀਵਨ। ਆਰਥਿਕ ਦ੍ਰਿਸ਼ਟੀਕੋਣ ਤੋਂ ਗੁਪਤ ਕਾਲ ਚਹੁੰਮੁਖੀ ਅਮੀਰੀ ਦਾ ਕਾਲ ਮੰਨਿਆ ਜਾਂਦਾ ਹੈ। ਹਾਲਾਂਕਿ ਅੰਤਿਮ ਪੜਾਅ ਵਿੱਚ ਅਰਧ ਅਵਸਥਾ ਵਿੱਚ ਸਿੱਟੇ ਦੇ ਸਾਕਸ਼ ਮਿਲਦੇ ਹਨ, ਫਿਰ ਵੀ ਆਰਥਿਕ ਪੜਾਅ, ਖੇਤੀ ਉਦਯੋਗ, ਵਪਾਰਿਕ ਮੁਦਰਾ, ਨਗਰੀਕਰਨ ਆਦਿ ਵਿੱਚ ਵਿਲੱਖਣ ਤਰੱਕੀ ਹੁੰਦੀ ਹੈ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਚਾਲੁਕਿਆ ਰਾਜਵੰਸ਼ ਇੱਕ ਕਲਾਸੀਕਲ ਸ਼ਾਹੀ ਰਾਜਵੰਸ਼ ਸੀ ਜਿਸ ਨੇ 6ਵੀਂ ਅਤੇ 12ਵੀਂ ਸਦੀ ਦੇ ਵਿਚਕਾਰ ਦੱਖਣੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਨੂੰ ਨਿਯੰਤਰਿਤ ਕੀਤਾ ਸੀ। ਇਸ ਸਮੇਂ ਦੌਰਾਨ 3 ਜੁੜੇ ਪਰ ਸੁਤੰਤਰ ਰਾਜਵੰਸ਼ ਸਨ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਪੱਲਵ ਰਾਜਿਆਂ ਦਾ ਰਾਜ ਕਲਾ ਅਤੇ ਭਵਨ ਨਿਰਮਾਣ ਕਲਾ ਦੀ ਤਰੱਕੀ ਲਈ ਮਸ਼ਹੂਰ ਹੈ। ਅਸਲ ਵਿੱਚ ਉਸ ਦੀ ਵਾਸਤੂ ਅਤੇ ਤਕਸ਼ਨ ਕਲਾ ਦੱਖਣੀ ਭਾਰਤੀ ਕਲਾ ਦੇ ਇਤਿਹਾਸ ਵਿੱਚ ਸਭ ਤੋਂ ਮਾਣ ਵਾਲੀ ਗੱਲ ਹੈ। ਪੱਲਵ ਆਰਕੀਟੈਕਚਰ ਦੱਖਣ ਦੀ ਦ੍ਰਵਿੜ ਕਲਾ ਸ਼ੈਲੀ ਦਾ ਆਧਾਰ ਬਣ ਗਿਆ। ਇਸ ਤੋਂ ਦੱਖਣ ਭਾਰਤੀ ਆਰਕੀਟੈਕਚਰ ਦੇ 3 ਵੱਡੇ ਹਿੱਸੇ ਪੈਦਾ ਹੋਏ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਜਨਤਕ ਸੰਪਤੀਆਂ ਜ਼ਮੀਨਾਂ ਅਤੇ ਇਮਾਰਤਾਂ ਹਨ ਜਿਨ੍ਹਾਂ ਦੀ ਮਲਕੀਅਤ ਹੈ ਅਤੇ ਸਿੱਧੇ ਤੌਰ 'ਤੇ ਜਨਤਕ ਅਧਿਕਾਰੀਆਂ ਦੁਆਰਾ ਪ੍ਰਬੰਧਿਤ ਕੀਤੀ ਜਾਂਦੀ ਹੈ ਜੋ ਜਨਤਕ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਨਿੱਜੀ ਜਾਇਦਾਦਾਂ ਵਿਅਕਤੀਆਂ ਅਤੇ ਕਾਰਪੋਰੇਸ਼ਨਾਂ ਦੀ ਮਲਕੀਅਤ ਵਾਲੀ ਜ਼ਮੀਨਾਂ ਅਤੇ ਇਮਾਰਤਾਂ ਹਨ। ਅਗਲਾ ਪ੍ਰਸ਼ਨ ਹੈ, ਸਾਨੂੰ ਇਤਿਹਾਸਕ ਇਮਾਰਤਾਂ 'ਤੇ ਲਾਈਨਾਂ ਮਾਰ ਕੇ ਆਪਣਾ ਨਾਮ ਲਿਖ ਕੇ ਖਰਾਬ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਇਹਨਾਂ ਦੇ ਆਸ-ਪਾਸ ਗੰਦਗੀ ਨਹੀਂ ਖਿਲਾਰਨੀ ਚਾਹੀਦੀ। ਸਾਨੂੰ ਇਹਨਾਂ ਸਥਾਨਾਂ 'ਤੇ ਹੁੰਦੀ ਚੋਰੀ ਨੂੰ ਰੋਕਣਾ ਚਾਹੀਦਾ ਹੈ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਨਕਸ਼ੇ ਵਿੱਚ ਸਾਰੇ ਲੱਛਣਾਂ ਨੂੰ ਉਹਨਾਂ ਦੀ ਸਹੀ ਆਕ੍ਰਿਤੀ ਜਾਂ ਆਕਾਰ ਦੇ ਅਨੁਸਾਰ ਵਿਖਾਉਣਾ ਕਠਿਨ ਹੈ। ਇਸ ਲਈ ਇਹਨਾਂ ਨੂੰ ਦਰਸਾਉਣ ਲਈ ਵੱਖ-ਵੱਖ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਚਿੰਨ੍ਹਾਂ ਦੀ ਵਰਤੋਂ ਨਾਲ ਨਕਸ਼ੇ ਨੂੰ ਪੜ੍ਹਨਾ ਆਸਾਨ ਹੋ ਜਾਂਦਾ ਹੈ। ਪਾਣੀ ਅਤੇ ਥਲ ਨੂੰ ਦਰਸਾਉਣ ਲਈ ਰੰਗਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਚਿੰਨ੍ਹਾਂ ਦੇ ਸੰਬੰਧ ਇੱਕ ਕਠਿਨਾਈ ਇਹ ਆਉਂਦੀ ਹੈ ਕਿ ਵੱਖ-ਵੱਖ ਨਕਸ਼ਿਆਂ ਵਿੱਚ ਇੱਕ ਹੀ ਲੱਛਣ ਲਈ ਅਲੱਗ-ਅਲੱਗ ਚਿੰਨ੍ਹ ਹੋ ਸਕਦੇ ਹਨ। ਇਸ ਕਠਿਨਾਈ ਨੂੰ ਪ੍ਰਮਾਣਿਕ ਚਿੰਨ੍ਹਾਂ ਦੁਆਰਾ ਦੂਰ ਕੀਤਾ ਗਿਆ ਹੈ। ਇਹ ਚਿੰਨ੍ਹ ਪੂਰੇ ਵਿਸ਼ਵ ਵਿੱਚ ਸਮਾਨ ਰੂਪ ਵਿੱਚ ਪ੍ਰਯੋਗ ਕੀਤੇ ਜਾਂਦੇ ਹਨ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਨਕਸ਼ੇ ਵਿੱਚ ਦੂਰੀ ਨੂੰ ਇੱਕ ਪੈਮਾਨੇ ਦੀ ਸਹਾਇਤਾ ਨਾਲ ਦਿਖਾਇਆ ਜਾਂਦਾ ਹੈ। ਪੈਮਾਨਾ ਇੱਕ ਤਰ੍ਹਾਂ ਦੀ ਮਾਪਕ ਰੇਖਾ ਹੁੰਦੀ ਹੈ। ਇਹ ਧਰਾਤਲ ਦੇ ਕਿਸੇ 2 ਬਿੰਦੂਆਂ ਦੇ ਵਿਚਕਾਰ ਦੀ ਵਾਸਤਵਿਕ ਦੂਰੀ ਅਤੇ ਨਕਸ਼ੇ ਅਤੇ ਉਹਨਾਂ ਦੇ ਬਿੰਦੂਆਂ ਦੇ ਵਿਚਕਾਰ ਦੀ ਦੂਰੀ ਦਾ ਅਨੁਪਾਤ ਹੁੰਦਾ ਹੈ। ਅਸਲ ਵਿੱਚ ਅਸੀਂ ਨਕਸ਼ੇ ਧਰਾਤਲ ਦੀ ਲੰਬੀ ਦੂਰੀ ਨੂੰ ਨਹੀਂ ਦਿਖਾ ਸਕਦੇ, ਇਸ ਲਈ ਅਸੀਂ ਇਸ ਨੂੰ ਇੱਕ ਛੋਟੇ ਪੈਮਾਨੇ ਵਿੱਚ ਬਦਲ ਕੇ ਉਸ ਨੂੰ ਨਕਸ਼ੇ 'ਤੇ ਦਿਖਾਉਂਦੇ ਹਾਂ। ਉਦਾਹਰਨ ਲਈ ਅਸੀਂ ਧਰਾਤਲ ਦੀ 1000 ਕਿਲੋਮੀਟਰ ਦੀ ਦੂਰੀ ਨੂੰ ਲੈਂਦੇ ਹਾਂ। ਨਕਸ਼ੇ 'ਤੇ ਅਸੀਂ ਇਸ ਦੂਰੀ ਨੂੰ 10 ਸੈਂਟੀਮੀਟਰ ਦੁਆਰਾ ਵਿਖਾ ਸਕਦੇ ਹਾਂ। ਇਸ ਤਰ੍ਹਾਂ ਜੋ ਪੈਮਾਨਾ ਬਣੇਗਾ ਉਹ ਇਸ ਤਰ੍ਹਾਂ ਹੋਵੇਗਾ, 1 ਸੈਂਟੀਮੀਟਰ ਬਰਾਬਰ 100 ਕਿਲੋਮੀਟਰ। ਇਸ ਤਰ੍ਹਾਂ ਨਕਸ਼ੇ ਦਾ ਪੈਮਾਨਾ ਕਿਸੇ 2 ਸਥਾਨਾਂ ਦੇ ਵਿਚਕਾਰ ਦੀ ਦੂਰੀ ਜਾਣਨ ਲਈ ਸਾਡੀ ਸਹਾਇਤਾ ਕਰਦਾ ਹੈ। ਅਗਲੇ ਪ੍ਰਸ਼ਨ ਦਾ ਉੱਤਰ ਹੈ, ਹਰਸ਼ਵਰਧਨ ਉੱਚ ਕੋਟੀ ਦਾ ਵਿਦਵਾਨ ਸੀ। ਉਸਨੇ 3 ਪ੍ਰਸਿੱਧ ਨਾਟਕ ਲਿਖੇ। ਉਸਨੇ ਅਨੇਕਾਂ ਵਿਦਵਾਨਾਂ ਨੂੰ ਸਰਪ੍ਰਸਤੀ
ਦਿਵਾਕਰ ਆਦਿ ਬਹੁਤ ਪ੍ਰਸਿੱਧ ਹਨ। ਇਹਨਾਂ ਵਿੱਚੋਂ ਬਾਣਭੱਟ ਜੈਸੇਨ ਵਰਧਨ ਨੂੰ ਵਿਦਵਾਨਾਂ ਨਾਲ ਇੰਨਾ ਪਿਆਰ ਸੀ ਕਿ ਉਹ ਆਪਣੇ ਰਾਜ ਦੀ ਆਮਦਨ ਦਾ 1/4 ਹਿੱਸਾ ਉਹਨਾਂ ਨੂੰ ਇਨਾਮ ਵਜੋਂ ਵੰਡ ਦਿੰਦਾ ਸੀ। ਹਿਊਨ-ਸਾਂਗ ਇੱਕ ਚੀਨੀ ਯਾਤਰੀ ਸੀ। ਉਹ ਬੁੱਧ ਧਰਮ ਦਾ ਅਧਿਐਨ ਕਰਨ ਲਈ ਭਾਰਤ ਆਇਆ ਸੀ। ਉਹ 630 ਈਸਵੀ ਤੋਂ 644 ਈਸਵੀ ਤੱਕ ਭਾਰਤ ਵਿੱਚ ਰਿਹਾ। ਉਹ 8 ਸਾਲ ਹਰਸ਼ਵਰਧਨ ਦੇ ਦਰਬਾਰ ਵਿੱਚ ਰਿਹਾ। ਉਸਨੇ ਆਪਣੀ ਯਾਤਰਾ ਸੰਬੰਧੀ ਇੱਕ ਪੁਸਤਕ ਹਰਸ਼ ਦੇ ਸਾਮਰਾਜ ਦਾ ਬਿਰਤਾਂਤ ਦਿੱਤਾ ਹੈ। ਉਸ ਦੇ ਅਨੁਸਾਰ ਹਰਸ਼ ਆਪਣੀ ਪਰਜਾ ਦੀ ਸੀ ਜੋ ਕਿ ਲਿਖੀ ਹੈ। ਇਸ ਪੁਸਤਕ ਵਿੱਚ ਉਸਨੇ ਭਲਾਈ ਦਾ ਹਮੇਸ਼ਾ ਖਿਆਲ ਰੱਖਦਾ ਸੀ। ਰਾਜ ਦੀ ਆਮਦਨ ਦਾ ਮੁੱਖ ਸਾਧਨ ਭੂਮੀ ਲਗਾਨ ਸੀ। ਹਰਸ਼ ਦੇ ਸਮੇਂ ਵਿਦਰੋਹੀਆਂ ਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਰਾਜ ਵਿੱਚ ਵਾਪਰਨ ਵਾਲੇ ਘਟਨਾਵਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਸੀ। ਤਾਂ ਲਾਸਟ ਪ੍ਰਸ਼ਨ ਹੈ, ਜਦੋਂ ਸਾਨੂੰ ਆਪਣੇ ਸਮੁਦਾਇ, ਸਮਾਜ ਜਾਂ ਆਪਣੀ ਕੌਮ ਕੋਲੋਂ ਇੰਨਾ ਕੁਝ ਮਿਲਦਾ ਹੈ ਤਾਂ ਸਾਡਾ ਵੀ ਫਰਜ਼ ਹੈ ਕਿ ਅਸੀਂ ਆਪਣੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਈਏ। ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਸਮਾਜ ਪ੍ਰਤੀ ਵਫਾਦਾਰ ਰਹੀਏ ਅਤੇ ਇੱਕ ਲਾਹੇਵੰਦ ਨਾਗਰਿਕ ਬਣੀਏ। ਸਾਨੂੰ ਆਪਣੀ ਸਰਕਾਰ ਦੁਆਰਾ ਲਗਾਏ ਜਾਂਦੇ ਟੈਕਸ ਇਮਾਨਦਾਰੀ ਨਾਲ ਅਦਾ ਕਰਨੇ ਚਾਹੀਦੇ ਹਨ ਜੋ ਦੇਸ਼ ਤਰੱਕੀ ਕਰ ਸਕੇ। ਇਸ ਤਰ੍ਹਾਂ ਦੇਸ਼ ਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇੱਕ ਚੰਗਾ ਇਨਸਾਨ ਬਣਨ ਲਈ ਸਾਨੂੰ ਆਪਣੇ ਸਮਾਜ ਦੇ ਚੰਗੇ ਨਾਗਰਿਕ ਬਣਨਾ ਜ਼ਰੂਰੀ ਹੈ। ਸਾਡਾ ਫਰਜ਼ ਹੈ ਕਿ ਚੰਗੇ ਭਾਰਤੀ ਬਣ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਧ ਤੋਂ ਵੱਧ ਹਿੱਸਾ ਪਾਈਏ। ਆਪਣੇ ਸਮਾਜ ਅਤੇ ਕੁਦਰਤੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਤਾਂ ਫਰੈਂਡਸ, ਇਹ ਸੀ ਆਪਣੀ ਵੀਡੀਓ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।